सुखी वसै मस्किनिया आप निवार तलै बड़े बड़े अहंकारियां नानक गर्व गले। अष्टपदी। जिसकै अंतर राज अभिमान, जिसकै अंतर राज अभिमान, सो नरक पाती होवत सुआन। जो जाने मैं जोवनवंत, सो होवत बिष्टा का जंत। आपस को कर्मवंत कहवै, जन्म मरै बहु जोन परमावै। तन भूम का जो करे गुमान, सो मूर्ख अंधा ज्ञान। कर कृपा जिसकै हृदय गरीबी वसावै, नानक इहाँ मुक्त आगे सुख पावै। बिघ्न विनाशन सब दुख नासन, सतगुर नाम दृढ़ाया। खोए पाप पे सब पावन, जन नानक सुख कर आया। ज़ाहरा ज़हूर हाजरा हजूर सर्व कला भरपूर, समर्थ गुरु लोक परलोक दे रखियक, ज्ञान दा सागर, औगण बख्शण वाले, सतगुरां दा स्वरूप जोत, भगतां प्यारियां गुरसिखां दी जोत, धन धन श्री गुरु ग्रंथ साहिब जी महाराज। सतगुरु जी की पावन पवित्र हजूरी दे विच गुरु शब्द दे नाल जुड़ बैठी जुड़ रही साध संगत धनता दे योग सब असी वडभागे हाँ। गुरु ने दया की है, उद्दम इशनान तंदुरुस्तियां बख्शियां हैं और अपनी गोद बख्शिश कर दी है। सो इसलिए हमेशा असी कहते हैं असी वड्डियां भागां वाले हाँ। बिल्कुल जिसनों गुरु ग्रंथ साहब की संगत मिल जाए इस कलयुग दे विच, वो सचमुच ही वड्डियां भागां वाला हुंदा, क्योंकि वडभागी साध संगत प्राप्त तिन भेटत दुरमत खोई। मिलती ही संगत भागां वालियां नूं जिन्नों मिल जाती है, ਉਹਦੇ अंदरों बिसर गई सब तात पराई। जब ते साध संगत मोह पाई, ना को बैरी ना है बेगाना, सगल संग हम को बनियाई। संगत जिहड़ी है ना, ये बेपरवाहियां दिंदी है, बंदा बेपरवाह हो जाता है हर पक्षों। संगत विच इन्नी बरकत इन्नी महानता बेपरवाही मिल जाती है। किसी चीज़ की कोई चिंता कोई प्रवाह नहीं रही, संवरे या बिगड़े, लाभ होए या हानि, उस्तत होए या निंदा, चंगा के कोई माड़ा, इदां दी बेपरवाही जड़ी है ना,
ਇਹ ਮਿਲ ਜਾਂਦੀ ਹੈ। ਦੁਖੀ ਬੰਦਾ ਉਹ ਹੁੰਦਾ ਜਦੋਂ ਉਸ ਨੂੰ ਉਸ ਦੇ ਮਨ ਭਾਉਂਦੀ ਚੀਜ਼ ਮਿਲੇ ਨਾ। ਜਦੋਂ ਮਹਾਰਾਜ ਜੀ ਨੇ ਚੀਜ਼ਾਂ ਤੋਂ ਹੀ ਉੱਪਰ ਉਠਾ ਦੇਣਾ, ਧਿਆਨ ਦੇਣਾ, ਕਿਸੇ ਚੀਜ਼ ਦੀ ਥੋੜ, ਕਿਸੇ ਚੀਜ਼ ਦੀ ਕਮੀ ਸਾਨੂੰ ਦੁੱਖ ਦਿੰਦੀ ਹੈ, ਤੇ ਜਦ ਮਾਲਕ ਨੇ ਮਿਹਰ ਕਰਕੇ ਸੰਗਤ ਰਾਹੀਂ ਸਾਨੂੰ ਇਸ ਚੀਜ਼ ਤੋਂ ਉੱਪਰ ਉਠਾ ਦੇਣਾ। ਮੈਂ ਕਿਸੇ ਚੀਜ਼ ਨੂੰ ਮਿਸ ਕਰ ਰਿਹਾ, ਇਸ ਕਰਕੇ ਮੈਂ ਦੁਖੀ ਹਾਂ। ਮੈਨੂੰ ਜੌਬ ਨਹੀਂ ਮਿਲ ਰਹੀ, ਮੈਨੂੰ ਘਰ ਨਹੀਂ ਮਿਲ ਰਿਹਾ, ਮੈਂ ਵਿਦੇਸ਼ ਨਹੀਂ ਜਾ ਰਿਹਾ, ਮੇਰਾ ਆਹ ਕੰਮ ਨਹੀਂ ਹੋ ਰਿਹਾ, ਮੈਨੂੰ ਉਹ ਨਹੀਂ ਕੁਛ ਮਿਲ ਰਿਹਾ। ਇਹ ਚੀਜ਼ਾਂ ਸਾਨੂੰ ਜਿਹੜੀਆਂ ਨੇ ਪਰੇਸ਼ਾਨ ਤੇ ਦੁਖੀ ਕਰਦੀਆਂ। ਤੇ ਜਦ ਅਸੀਂ ਕਰਦੇ ਹਾਂ ਸੰਗਤ, ਜਦ ਅਸੀਂ ਕਰਦੇ ਹਾਂ ਸੰਗਤ, ਇੱਥੇ ਮਹਾਰਾਜ ਜੀ ਕਹਿੰਦੇ ਭੁੱਖ ਜਿਹੜੀ ਹੈ ਨਾ ਖਤਮ ਹੀ ਕਰ ਦਿੰਦੇ ਨੇ ਮਹਾਰਾਜ। ਇੱਛਾ ਹੀ ਨਹੀਂ ਰਹਿੰਦੀ ਵੀ ਛੱਡੋ ਹੁਣ ਦੇਖ ਲਿਆ ਸਭ ਕੁਛ। ਇਹ ਚੀਜ਼ ਜਿਹੜੀ ਹੈ ਦ੍ਰਿੜ ਹੋ ਜਾਂਦੀ ਹੈ, ਇਹ ਚੀਜ਼ ਸਮਝ ਆ ਜਾਂਦੀ ਹੈ ਵੀ ਛੱਡੋ ਹੁਣ ਸਭ ਕੁਝ ਤੇ ਕਰਕੇ ਦੇਖ ਲਿਆ, ਹੁਣ ਕੀ ਕਰਨਾ। ਬਸ ਹੁਣ ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਹੁਣ ਤੂੰ ਇਹ ਸਮਝ, ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਨ ਕਰਦੇ, ਹੁਣ ਤੂੰ ਇਹ ਸਮਝ। ਮਤਲਬ ਕਹਿਣ ਦਾ ਸੰਗਤ ਕਰਾਂਗੇ ਤੇ ਸੁਝ ਆਏਗੀ, ਸੰਗਤ ਕਰਾਂਗੇ ਤੇ ਗਿਆਨ ਪ੍ਰਾਪਤ ਹੋਏਗਾ, ਸੰਗਤ ਕਰਾਂਗੇ ਤੇ ਸੱਚਮੁੱਚ ਸੁੱਖ ਮਿਲੇਗਾ, ਸੰਗਤ ਕਰਾਂਗੇ ਤੇ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆਏਗੀ। ਇਹ ਸੱਚ ਹੈ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਜੋ ਕਰਦਾ ਹੈ ਉਹ ਮੰਨੇਗਾ, ਜੋ ਸੰਗਤ ਨਹੀਂ ਕਰਦਾ ਉਹ ਕਹੇਗਾ ਵੀ ਐਵੇਂ ਗੱਲਾਂ ਬਾਤਾਂ ਮਾਰਦੇ ਹਨ। ਜਿਸ ਨੇ ਨਾਮ ਰੂਪੀ ਭੋਜਨ ਖਾਧਾ ਨਹੀਂ ਹੋਏਗਾ ਉਹਨੂੰ ਰਸ ਦਾ ਪਤਾ ਹੀ ਨਹੀਂ ਹੋਏਗਾ। ਜਿਸ ਨੇ ਛਕਿਆ ਹੋਏਗਾ, ਖਾਧਾ ਹੋਏਗਾ, ਲੋਕਾਂ ਨੂੰ ਵੀ ਆਵਾਜ਼ ਮਾਰ ਕੇ ਕਹੇਗਾ ਵੀ ਆਓ। ਗੁਰੂ ਮਹਾਰਾਜ ਜੀ ਕਹਿੰਦੇ ਆਓ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ, ਗੁਰੂ ਕਰੀ ਬਾਣੀਆਂ ਸਿਰਵਾਣੀ। ਮੈਂ ਖਾਧਾ ਤੁਸੀਂ ਵੀ ਖਾਓ। ਜਿਵੇਂ ਨਸ਼ੇੜੀ ਬੰਦਾ ਕਹਿੰਦਾ ਮੈਂ ਪੀਂਦਾ ਤੁਸੀਂ ਵੀ ਪੀਓ, ਨਸ਼ੇ ਤੇ ਲਾ ਦਿੰਦਾ। ਜਿਹੜਾ ਨਾਮ ਦੇ ਨਸ਼ੇ ਦੇ ਵਿੱਚ ਹੁੰਦਾ ਹੈ ਉਹ ਵੀ ਕਹਿੰਦਾ ਆਓ ਆਵੋ ਭੈਣੇ ਆਵੋ। ਸੋ ਜੋ ਆਏਗਾ ਉਹ ਜ਼ਰੂਰ ਲੈ ਕੇ ਜਾਏਗਾ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ, ਕਿਰਪਾ ਕਰਨ। ਆਓ ਲੜੀ ਵਾਲੇ ਸ਼ਬਦ ਦੀ ਵਿਚਾਰ ਬੜੀ ਪਿਆਰੀ ਅੱਜ ਦੀ। ਸੋ ਅਸ਼ਟਪਦੀ 12ਵੀਂ ਆਰੰਭ ਹੋਈ ਹੈ। ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਸੁਖੀ ਬਸੇ ਮਸਕੀਨੀਆਂ, ਮਸਕੀਨੀਆਂ ਦਾ ਮਤਲਬ ਬਹੁਤ ਹੀ ਨਿਮਰਤਾ ਵਾਲਾ, ਬੜਾ ਹੀ ਗਰੀਬੀ ਵਾਲਾ। ਗਰੀਬੀ ਮਤਲਬ ਅੰਦਰ ਗਰੀਬੀ, ਹਿਰਦੇ ਗਰੀਬੀ, ਬੜਾ ਹੀ ਸਹਿਜ ਵਾਲਾ, ਬੜਾ ਹੀ ਮਿੱਠਾ, ਬੜਾ ਹੀ ਸੋਹਣੇ ਸੁਭਾਅ ਵਾਲਾ ਬੰਦਾ। ਬੰਦਾ ਹੀ ਵੈਸੇ ਉਹਨੂੰ ਕਹਿੰਦੇ ਨੇ ਜਿਹਦਾ ਸੋਹਣਾ ਸੁਭਾਅ ਹੋਵੇ, ਉਹਨੂੰ ਬੰਦਾ ਵੀ ਨਹੀਂ ਬਾਣੀ ਵਿੱਚ ਆਖਿਆ ਜਿਹਦਾ ਸੋਹਣਾ ਸੁਭਾਅ ਨਾ ਹੋਵੇ। ਜਿਹੜਾ ਚੰਗਾ ਨਾ ਲੱਗਦਾ ਹੋਵੇ ਕਿਸੇ ਨੂੰ, ਸੱਚਮੁੱਚ ਉਹ ਬੰਦਾ ਨਹੀਂ। ਇਹ ਜ਼ਰੂਰੀ ਨਹੀਂ ਇੱਕ ਬੰਦਾ ਸਾਰਿਆਂ ਨੂੰ ਚੰਗਾ ਲੱਗਦਾ ਹੋਵੇ, ਇਹ ਆਪਣਾ ਆਪਣਾ ਨਜ਼ਰੀਆ ਹੈ। ਜਿਹੜਾ ਸਤਿਗੁਰੂ ਨੂੰ ਭਾਉਂਦਾ ਬਸ ਉਹੀ ਬੰਦਾ, ਹੁਕਮ ਪਛਾਣ। ਸੋ ਇੱਕੋ ਜਾਣੇ ਬੰਦਾ ਕਹੀਏ ਸੋਈ। ਸੋ ਮਹਾਰਾਜ ਜੀ ਫਰਮਾਨ ਕਰਦੇ ਗੁਰੂ ਅਰਜਨ ਦੇਵ ਜੀ, ਉਹ ਹਮੇਸ਼ਾ ਸੁਖੀ ਵਸਦਾ। ਕਿਹੜਾ ਬੰਦਾ? ਜਿਹੜਾ ਰੱਬ ਦਾ ਬੰਦਾ, ਜਿਹੜਾ ਮਾਲਕ ਦਾ ਬੰਦਾ, ਜਿਹੜਾ ਬਹੁਤ ਹੀ ਅੱਛੇ ਸੁਭਾਅ ਵਾਲਾ, ਗਰੀਬੀ ਸੁਭਾਅ ਵਾਲਾ, ਮਤਲਬ ਨਿਮਰਤਾ ਵਾਲਾ, ਬੜਾ ਨਿਮਾਣਾਪਨ, ਬੜਾ ਨਿਤਾਣਾਪਨ, ਬੜਾ ਹੀ ਸਹਿਜੇ ਵਾਲਾ, ਬੜਾ ਹੀ ਮਿਠਾਸ ਵਾਲਾ। ਮਤਲਬ ਉਹਦੇ ਅੰਦਰੋਂ ਆਪਾ ਭਾਵ ਦੂਰ ਹੁੰਦਾ ਹੈ, ਉਹਦੇ ਵਿੱਚ ਮੈਂ ਮੇਰੀ ਨਹੀਂ ਹੁੰਦੀ। ਇਸ ਕਰਕੇ ਐਸਾ ਮਸਕੀਨ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਖ ਵੱਡ ਵੱਡਾ ਹੈ ਸੁਖੀ ਵਸੈ ਮਸਕੀਨੀ ਹੈ। ਮਤਲਬ ਗਰੀਬ, ਪਿਆਰਾ, ਨਿਮਰਤਾ ਵਾਲਾ। ਪਾਤਸ਼ਾਹ ਜੀ ਕਹਿੰਦੇ ਨੇ ਉਹ ਨੀਵਾਂ ਹੋ ਕੇ ਹਮੇਸ਼ਾ ਸੁਖੀ ਵਸਦਾ ਹੈ। ਉਹ ਨੀਵਾਂ ਹੋ ਕੇ ਹਮੇਸ਼ਾ ਸਭ ਕੁਝ ਪ੍ਰਾਪਤ ਕਰਦਾ ਹੈ। आपस को जो जाने नीचा सो गणिए सब ते ऊंचा।
ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਮਤਲਬ ਆਪਾ ਭਾਵ ਦੂਰ ਕਰਕੇ ਸਦਾ ਹੀ ਸੁਖੀ ਰਹਿੰਦਾ, ਕਿਉਂਕਿ ਉਹ ਇੱਛਾ ਹੀ ਨਹੀਂ ਰੱਖਦਾ ਮੈਨੂੰ ਵਡਿਆਈ ਮਿਲੇ, ਕਿਸੇ ਨਾਲ ਨਾਰਾਜ਼ਗੀ ਨਹੀਂ ਉਸਦੀ ਹੋਏਗੀ। ਉਸ ਨੂੰ ਇੱਛਾ ਹੀ ਨਹੀਂ ਹੁੰਦੀ ਵੀ ਇਹ ਮੇਰੀ ਚੀਜ਼ ਮੇਰੇ ਕੋਲ ਕਿਉਂ ਨਹੀਂ ਆਈ, ਕਿਉਂ ਨਹੀਂ ਪਹੁੰਚੀ, ਕਿਉਂਕਿ ਸਬਰ ਵਿੱਚ ਰਹਿੰਦਾ। ਉਸ ਨੂੰ ਕਾਹਲੀ ਪੈਂਦੀ ਨਹੀਂ, ਚਾਹੇ ਉਹਨੂੰ ਰੋਟੀ ਘੰਟਾ ਲੇਟ ਮਿਲ ਜਾਏ ਉਹ ਚੁੱਪ ਕਰਕੇ ਬੈਠਾ ਰਹਿੰਦਾ। ਅਤੇ ਸਾਡੇ ਵਰਗੇ ਨੇ ਭੜਥੂ ਪਾ ਦੇਣਾ ਸਾਰੇ ਟੱਬਰ ਨੂੰ ਵੀ ਰੋਟੀ ਨਹੀਂ ਪਕਾਈ, ਟਾਈਮ ਘੰਟਾ ਜ਼ਿਆਦਾ ਹੋ ਗਿਆ। ਪਰ ਜਿਹੜਾ ਮਸਕੀਨ ਹੈ, ਜਿਹੜਾ ਰੱਬ ਦਾ ਪਿਆਰ ਹੈ, ਉਹ ਸੁਖੀ ਕਿਉਂ ਵਸਦਾ? ਸਬਰ ਦਾ ਪਿਆਲਾ ਉਸ ਨੂੰ ਮਿਲਿਆ ਹੁੰਦਾ ਅਤੇ ਸਹਿਜ ਦੀ ਅਵਸਥਾ ਵਿੱਚ ਉਹ ਪਹੁੰਚਦਾ। ਸੋ ਇਸ ਕਰਕੇ ਇਸ ਦੇ ਵਿਪਰੀਤ ਉਲਟ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ, ਤੇ ਜਿਹੜੇ ਨਿਮਾਣੇਪਨ ਵਾਲੇ ਨਹੀਂ ਹੈ, ਜਿਹੜੇ ਨਿਮਰਤਾ ਵਾਲੇ ਨਹੀਂ ਹੈ, ਜਿਹੜੇ ਕਹਿੰਦੇ ਨੇ ਅਸੀਂ ਹਾਂ, ਸਾਡੇ ਕਰਕੇ ਹੈ, ਮੇਰੇ ਤੋਂ ਬਗੈਰ ਤੇ ਕੁਛ ਹੋ ਨਹੀਂ ਸਕਦਾ, ਕੁਝ ਚੱਲ ਨਹੀਂ ਸਕਦਾ। ਪਾਤਸ਼ਾਹ ਜੀ ਉਹਨਾਂ ਲਈ ਪੰਕਤੀ ਇਹ ਉਚਾਰਨ ਕਰਦੇ ਨੇ, ਵੱਡੇ ਵੱਡੇ ਅਹੰਕਾਰੀਆਂ, ਬੜੇ ਬੜੇ ਹੰਕਾਰੀ। ਪਾਤਸ਼ਾਹ ਜੀ ਕਹਿੰਦੇ ਉਹ ਨਾਨਕ ਗਰਭ ਗਲੇ, ਉਹ ਹੰਕਾਰ ਦੇ ਵਿੱਚ ਹੀ ਗਲ ਗਏ, ਮਤਲਬ ਮਰ ਗਏ, ਮੁੱਕ ਗਏ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰਨ ਸੋਕ ਭਯੰ ਬਲਿਓ। ਹਰਨਾਕਸ਼ ਕਿਵੇਂ ਦਾ ਸੀ, ਕਿਵੇਂ ਲੋਕੀ ਉਹਦਾ ਨਾਮ ਜਪਦੇ ਸੀ, ਕਿਵੇਂ ਉਹ ਤੋਂ ਡਰਦੇ ਸੀ। ਲੰਕੇਸ਼ਵਰ ਕੈਸਾ ਸੀ, ਕਿੰਨੀ ਦੁਨੀਆ ਉਹਦੇ ਕੋਲ ਡਰਦੀ ਸੀ। ਔਰ ਕੈਰੋਂ ਜਿਹੜੇ ਸੀ, ਕੌਰਵ ਜਿਹੜੇ ਸੀ, ਉਹ ਕਿਵੇਂ ਦੇ ਸੀ, ਦੁਰਯੋਧਨ ਵਰਗੇ ਕਿਵੇਂ ਦੇ ਸੀ, ਪਰ ਉਹ ਮੇਰੀ ਮੇਰੀ ਮੈਂ ਕਰਦੇ ਸੀ। ਇਸ ਕਰਕੇ ਜੋ ਮੈਂ ਕਰੇਗਾ, ਜੋ ਆਪਣਾ ਪ੍ਰਦਰਸ਼ਨ ਕਰੇਗਾ, ਜੋ ਆਪਣੇ ਆਪ ਨੂੰ ਪ੍ਰਗਟ ਜਾਂ ਵਡਿਆਈ ਲਈ ਸਥਾਪਿਤ ਕਰਨਾ ਚਾਹੁੰਦਾ, ਮਹਾਰਾਜ ਜੀ ਕਹਿੰਦੇ ਉਹ ਗਲ ਜਾਂਦਾ ਹੈ। ਗਲਣ ਦਾ ਮਤਲਬ ਵੀ ਉਸ ਦੇ ਅੰਦਰੋਂ ਗੁਣ ਖਤਮ ਹੋ ਜਾਂਦੇ ਨੇ, ਅਤੇ ਗੁਣਾ ਕਰਕੇ ਬੰਦਾ ਸੁਖੀ ਹੁੰਦਾ ਅਤੇ ਔਗਣਾ ਕਰਕੇ ਹਮੇਸ਼ਾ ਦੁਖੀ ਹੁੰਦਾ। ਜਦੋਂ ਗੁਣ ਹੀ ਨਹੀਂ ਅੰਦਰ ਪੈਦਾ ਹੋਣੇ, ਜਦੋਂ ਅੰਦਰੋਂ ਬੀਜ ਨਹੀਂ ਪੈਦਾ ਹੋਣਾ, ਫਲ ਕਿੱਥੋਂ ਮਿਲਣਾ? ਇਸ ਕਰਕੇ ਉਹ ਬੰਦਾ ਗਲਿਆ ਹੀ ਹੈ, ਮਤਲਬ ਦੁਖੀ ਹੀ ਹੈ, ਮਤਲਬ ਸੁਆਹ ਹੈ, ਮਤਲਬ ਮਿੱਟੀ ਹੈ। ਕੌਣ? ਅਹੰਕਾਰੀ। ਮੈਂ ਹੰਕਾਰ ਨਹੀਂ ਕਰਦਾ, ਇਹ ਵੀ ਹੰਕਾਰ ਹੈ। ਮੈਂ ਜਪਦਾ, ਇਹ ਵੀ ਹੰਕਾਰ ਹੈ। ਮੈਂ ਰੋਜ਼ ਗੁਰੂ ਘਰ ਆਉਣਾ, ਇਹ ਵੀ ਹੰਕਾਰ ਹੈ। ਮੈਂ ਰੋਜ਼ ਕਥਾ ਕਰਦਾ, ਇਹ ਵੀ ਹੰਕਾਰ ਹੈ। ਕਿਸੇ ਦਾ ਕੋਈ ਥਾਂ ਨਹੀਂ ਪੈਣਾ ਜੇ ਕੋਈ ਇੰਝ ਸਮਝੇਗਾ, ਚਾਹੇ ਮੈਂ ਚਾਹੇ ਤੁਸੀਂ ਹੋ। ਨਹੀਂ, ਅਸੀਂ ਕਹਿੰਦਾ ਮਹਾਰਾਜ ਜੀ ਤੁਸੀਂ ਲੈ ਆਉਂਦੇ ਹੋ, ਤੁਸੀਂ ਉਠਾ ਦਿੰਦੇ ਹੋ, ਮੇਰੀ ਔਕਾਤ ਨਹੀਂ, ਮੇਰੇ 'ਚ ਤਾਕਤ ਨਹੀਂ। ਮੈਂ ਉੱਠ ਜਾਵਾਂ, ਮੈਂ ਬਹਿ ਜਾਵਾਂ, ਮੈਂ ਬੋਲ ਜਾਵਾਂ, ਮੈਂ ਕਰ ਜਾਵਾਂ, ਮੈਂ ਖਾ ਜਾਵਾਂ, ਮੈਂ ਕਮਾ ਜਾਵਾਂ, ਮੈਂ ਲੈ ਜਾਵਾਂ, ਮੈਂ ਤੁਰ ਜਾਵਾਂ, ਮੈਂ ਕਰ ਜਾਵਾਂ, ਕੁਛ ਵੀ ਨਹੀਂ। ਕਿਉਂਕਿ ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਤੁਧ ਵੇਖੀ ਜਗਤੀ ਉਪਾਇਆ। ਮੈਂ ਨਹੀਂ ਕੁਛ ਕਰ ਸਕਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਤੂੰ ਨਹੀਂ ਕਰ ਸਕਦਾ ਤਾਂ ਫਿਰ ਹੰਕਾਰ ਵੀ ਨਾ ਕਰੀ। ਜਿਸ ਨੂੰ ਇਹ ਗਿਆਨ ਹੁੰਦਾ ਉਹ ਹੰਕਾਰ ਨਹੀਂ ਕਰਦਾ। ਉਹ ਕਹਿੰਦਾ ਇਹ ਵੀ ਦਾਤ ਤੇਰੀ ਦਾਤਾਰ। ਮੇਰਾ ਕੀ ਹੈ? ਜਿਸ ਦਿਨ ਆਇਆ ਸੀ ਨਾ ਮੇਰਾ ਨਾਂ ਸੀ, ਜਿਸ ਦਿਨ ਆਇਆ ਸੀ ਨਾ ਤਨ 'ਤੇ ਲੀੜੇ ਕੱਪੜੇ ਸਨ, ਨਾ ਮੇਰੇ ਕੋਲ ਕੋਈ ਪੈਸਾ ਮੈਂ ਜਮ੍ਹਾਂ ਕੀਤਾ ਸੀ, ਸਾਰਾ ਦੂਸਰਿਆਂ ਦੇ ਕੋਲ ਹੀ ਸੀ। ਇੱਥੇ ਆ ਕੇ ਆਪ ਨੇ ਹੀ ਮੈਨੂੰ ਸਭ ਕੁਝ ਦਿੱਤਾ, ਸਿਆਣਪ ਦਿੱਤੀ, ਐਜੂਕੇਸ਼ਨ ਦਿੱਤੀ। ਤੂੰ ਸਭ ਕੁਝ ਮੈਨੂੰ ਦਿੱਤਾ ਅਤੇ ਮੈਂ ਤੇਰੇ 'ਤੇ ਹੀ ਸਵਾਲ ਖੜੇ ਕਰ ਦਿੱਤੇ। ਇਸ ਕਰਕੇ ਐਸਾ ਅਹੰਕਾਰੀ ਮਨੁੱਖ ਹਮੇਸ਼ਾ ਖਤਮ ਹੋਏਗਾ, ਅੰਦਰੋਂ ਤੇ ਬਾਹਰੋਂ ਪਤਨ ਜ਼ਰੂਰ ਹੋਏਗਾ। ਵੱਡੇ ਵੱਡੇ ਮਹਾਰਾਜੇ ਜਿਨ੍ਹਾਂ ਨੇ ਹੰਕਾਰ ਕੀਤਾ, ਬੜੇ ਬੜੇ ਮੁਗਲ ਬਾਦਸ਼ਾਹ ਜਿਨ੍ਹਾਂ ਨੇ ਹੰਕਾਰ ਕੀਤਾ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਉਹਨਾਂ ਦੀ ਕਬਰ ਦੇ ਉੱਪਰ ਦੀਵਾ ਜਗਾਉਣ ਵਾਸਤੇ ਤੇਲ ਨਹੀਂ ਮਿਲਦਾ। ਕਹਿੰਦੇ ਔਰੰਗਜ਼ੇਬ ਦੀ ਜਿਹੜੀ ਕਬਰ ਹੈ ਨਾ, ਉਹਦੇ 'ਤੇ ਦੀਵਾ ਜਗਾਉਣ ਵਾਸਤੇ ਉੱਥੇ ਜਿਹੜਾ ਰੱਖਿਆ ਉਹਨਾਂ ਨੇ ਬੰਦਾ ਸੇਵਾ 'ਤੇ, ਉਹ ਆਏ ਗਿਆ ਨੂੰ ਕਹਿੰਦਾ ਕੋਈ 50-100 ਰੁਪਈਆ ਦੇ ਦਿਓ, ਤੇਲ ਲਿਆਉਣਾ, ਆਹ ਔਰੰਗਜ਼ੇਬ ਦੀ ਜਿਹੜੀ ਕਬਰ ਹੈ ਨਾ ਉੱਥੇ ਦੀਵਾ ਜਗਾਉਣਾ। ਅਤੇ ਜਿਹੜੇ ਸੱਚ ਦੇ ਪੁਜਾਰੀ ਸੀ ਗੁਰੂ ਗੋਬਿੰਦ ਸਿੰਘ, ਮਰਦੇ ਗਮਲੇ, ਕਰੋੜਾਂ ਦੁਨੀਆ ਉਹਨਾਂ ਦੇ ਦਰ ਤੋਂ ਝੋਲੀਆਂ ਭਰ ਕੇ ਜਾਂਦੀ ਹੈ, ਲੰਗਰ ਛਕ ਕੇ ਜਾਂਦੀ ਹੈ, ਪਤਾ ਨਹੀਂ ਕੀ ਕੀ ਕੁਛ ਦਾਤਾਂ ਲੈ ਕੇ ਜਾਂਦੀ ਹੈ। ਇਹਦਾ ਮਤਲਬ
ਹੰਕਾਰੀ ਗਲ ਜਾਂਦਾ, ਸੰਸਕਾਰੀ ਉੱਭਰ ਜਾਂਦਾ। ਉਹ ਹਮੇਸ਼ਾ ਯਾਦ ਰਹਿੰਦਾ, ਹਮੇਸ਼ਾ ਯਾਦ ਰਹਿੰਦਾ, ਕਿਉਂਕਿ ਉਸ ਨੂੰ ਗਿਆਨ ਹੁੰਦਾ। ਉਹ ਕਰਮ ਹੀ ਐਸੇ ਕਰਦਾ ਕਿ ਹੰਕਾਰ ਉਸਦੇ ਲਾਗੇ ਨਹੀਂ ਆਉਂਦਾ ਅਤੇ ਉਹ ਹੰਕਾਰ ਦੇ ਸ਼ਿਕੰਜੇ ਵਿੱਚ ਨਹੀਂ ਫਸਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੁਖੀ ਉਹੀ ਵਸਦਾ ਜਿਹੜਾ ਆਪਾ ਭਾਵ ਦੂਰ ਕਰਕੇ, ਮਤਲਬ ਨੇਕ ਸੁਭਾਅ, ਨੀਵੇਂ ਪੰਨ ਨਿਮਾਣੇ ਪੰਨ ਵਿੱਚ ਆ ਜਾਏ, ਉਹ ਸੁਖੀ ਵਸੇਗਾ। ਅਤੇ ਜੋ ਹੰਕਾਰ ਕਰੇਗਾ ਕਿਸੇ ਵੀ ਚੀਜ਼ ਦਾ, ਅਗਲੀਆਂ ਪੰਕਤੀਆਂ ਜਿਹੜੀਆਂ ਅਸ਼ਟਪਦੀ ਵਿੱਚ ਆ ਰਹੀਆਂ ਨੇ ਨਾ, ਉਹਦੇ ਵਿੱਚ ਲਿਹਾਜ਼ ਨਹੀਂ ਕੀਤੀ ਕਿਸੇ ਦੀ ਵੀ ਗੁਰੂ ਮਹਾਰਾਜ ਜੀ ਨੇ। ਸੋ ਅਸ਼ਟਪਦੀ ਆਰੰਭ ਹੈ, ਕਹਿੰਦੇ ਜਿਸਕੇ ਅੰਤਰ ਰਾਜ ਅਭਿਮਾਨ। ਉਹ ਮਨੁੱਖ ਜਿਹੜੇ ਬਹੁਤ ਵੱਡੇ ਅਹੁਦੇ 'ਤੇ ਨੇ, ਜਿਹੜੇ ਰਾਜੇ ਨੇ ਜਾਂ ਜਿਹੜੇ ਵੱਡੇ ਵੱਡੇ ਮਨੁੱਖ ਨੇ, ਅਹੁਦਿਆਂ ਦੇ ਉੱਪਰ ਨੇ, ਦੇਸ਼ ਨੂੰ ਸੰਭਾਲਦੇ ਨੇ, ਆਪਣੇ ਰਾਜ ਨੂੰ ਸੰਭਾਲਦੇ ਨੇ, ਮਹਾਰਾਜੇ ਨੇ। ਜੇ ਉਹ ਆਪਣੇ ਰਾਜ ਦਾ, ਆਪਣੀ ਤਾਕਤ ਦਾ ਮਾਣ ਕਰਨ, ਹੰਕਾਰ ਕਰਨ, ਤੇ ਉਹਨਾਂ ਦਾ ਹੰਕਾਰ ਜਿਹੜਾ ਹੈ ਉਹਨਾਂ ਨੂੰ ਅਰਸ਼ ਤੋਂ ਫਰਸ਼ 'ਤੇ ਸੁੱਟਦਾ। ਜਿਹੜਾ ਤਾਨਾਸ਼ਾਹ ਹੁੰਦਾ ਹੈ ਉਹਦਾ ਹਾਲ ਬੁਰਾ ਹੁੰਦਾ, ਤਾਨਾਸ਼ਾਹੀ ਦਾ ਹਾਲ ਬੁਰਾ ਹੁੰਦਾ। ਜੋ ਆਪਣੀ ਚਲਾਉਂਦਾ, ਜਿਹਨੂੰ ਕਹਿੰਦੇ ਚੰਮਦੀ ਚਲਾਉਂਦਾ, ਉਹਦਾ ਹਾਲ ਬੁਰਾ ਹੁੰਦਾ। ਜੇ ਕਿਸੇ ਕੋਲ ਤਾਕਤ ਆ ਗਈ, ਚਾਹੇ ਪੋਲੀਟੀਕਲ ਪਾਵਰ ਹੈ, ਚਾਹੇ ਧਾਰਮਿਕ ਖੇਤਰ ਵਿੱਚ ਬੰਦਾ, ਚਾਹੇ ਸਮਾਜਿਕ ਖੇਤਰ ਵਿੱਚ ਬੜਾ ਉੱਭਰ ਕੇ ਸਾਹਮਣੇ ਆਇਆ, ਜੇ ਆਪਣੀ ਤਾਕਤ ਦੀ ਦੁਰਵਰਤੋਂ ਜਾਂ ਉਹਦਾ ਇਸਤੇਮਾਲ ਗਲਤ ਕਰਦਾ, ਜਾਂ ਉਹ ਹੰਕਾਰ ਕਰਦਾ ਵੀ ਮੇਰੇ ਕੋਲ ਅਜੇ ਤਾਕਤ ਹੈ, ਮੈਂ ਕਿਸੇ ਨੂੰ ਕੁਝ ਨਹੀਂ ਸਮਝਦਾ। ਜਿਹੜੇ ਲੋਕਾਂ ਨੇ ਉਸ ਨੂੰ ਕੁਰਸੀ 'ਤੇ ਬਿਠਾਇਆ ਹੁੰਦਾ, 5 ਸਾਲ ਬਾਅਦ ਲਾ ਕੇ ਉਹ ਮਾਰਦੇ ਨੇ, ਫਿਰ ਤਰਲੇ ਕਰਦਾ, ਮਾਫ਼ ਕਰ ਦਿਓ, ਹੁਣ ਆਹ ਕਰਾਂਗਾ, ਉਹ ਕਰਾਂਗਾ। ਉਹ ਕਹਿੰਦੇ ਜਾ ਹੁਣ ਤੂੰ ਦੇਖ ਲਿਆ ਤੈਨੂੰ ਪਰਖ ਕੇ। ਮਤਲਬ ਉਹ ਫਿਰ ਥੱਲੇ ਡਿੱਗਦਾ। ਜਿਸਕੇ ਅੰਤਰ ਰਾਜ ਅਭਿਮਾਨ, ਮਨ ਮਰਜ਼ੀਆਂ ਕਰਦਾ ਰਾਜ ਲੈ ਕੇ। ਜੰਝ ਵੀ ਕਹਿ ਲਈਏ, ਇਹ ਕੇਵਲ ਰਾਜਿਆਂ 'ਤੇ ਨਹੀਂ ਢੁਕਦੀ, ਅਸੀਂ ਵੀ ਤਾਂ ਰਾਜੇ ਹੀ ਹਾਂ। ਘਰਾਂ ਦੇ ਵਿੱਚ ਜਿੰਨੇ ਵੀ ਬੈਠੇ ਆਪਣੇ ਘਰ 'ਤੇ ਹਕੂਮਤ ਕਰਦੇ ਹਾਂ, ਟੱਬਰ 'ਤੇ ਕਰਦੇ ਹਾਂ, ਗਲੀ ਵਿੱਚ ਕਰਦੇ ਹਾਂ, ਪਿੰਡ ਵਿੱਚ ਕਰਦੇ ਹਾਂ। ਅਸੀਂ ਵੀ ਰਾਜਿਆਂ ਤੋਂ ਘੱਟ ਨਹੀਂ ਹੈ। ਪਰ ਜੇ ਅਸੀਂ ਵੀ ਇਸ ਤਰ੍ਹਾਂ ਦਾ ਹੰਕਾਰ ਲੈ ਕੇ ਤੁਰਾਂਗੇ, ਬੰਦੇ ਨੂੰ ਬੰਦਾ ਨਾ ਸਮਝਾਂਗੇ, ਕਿਸੇ ਦੀ ਅੱਖ ਨਾਲ ਅੱਖ ਨਾ ਮਿਲਾ ਕੇ ਸਤਿ ਸ੍ਰੀ ਅਕਾਲ ਫਤਿਹ ਵੀ ਨਾ ਬੁਲਾਵਾਂਗੇ, ਤੇ ਗਰਕੇਗਾ ਉਹ। ਬਾਣੀ ਵਿੱਚ ਲਿਖਿਆ, ਮੈਂ ਨਹੀਂ ਕਹਿੰਦਾ, ਸੁਣ ਲੈਣੀ ਅੱਗੇ ਹੋਰ ਪੰਕਤੀ। ਜਿਹੜਾ ਆਪਣਾ ਮਤਲਬ ਹੱਲ ਕਰਕੇ ਮੁੜ ਕੇ ਕਿਸੇ ਨੂੰ ਸਤਿ ਸ੍ਰੀ ਅਕਾਲ ਵੀ ਨਾ ਬੁਲਾਵੇ, ਉਹ ਜਾਏਗਾ, ਖਾਲੀ ਜਾਏਗਾ ਜਹਾਨ ਤੋਂ। ਮਤਲਬ ਵੀ ਲੋਕਾਂ ਨੂੰ ਤੇ ਗੁਰੂ ਮਹਾਰਾਜ ਜੀ ਬਿਲਕੁਲ ਬਰਦਾਸ਼ਤ ਨਹੀਂ ਕਰਦੇ, ਬਿਲਕੁਲ। ਜਾਂ ਲੱਭ ਤਾਂ ਨਿਓ ਕਿਹਾ, ਲੱਭ ਤਾਂ ਕੂੜਾ ਨਿਹ, ਕਿਚੜ ਝੱਤ ਲੰਘਾਈਏ ਛੱਪਰ ਟੁੱਟੇ ਮੇਹ। ਕੱਖਾਂ ਦੀ ਤੇਰੀ ਛੱਤ ਹੋਵੇ, ਮੁਸਲਾਧਾਰ ਵਰਖਾ ਪਵੇ, ਤਾਂ ਕਿੰਨੀ ਕੁ ਚਿਰ ਉਹ ਕੱਢ ਸਕਦੀ ਹੈ ਕਾੜ, ਛੇਤੀ ਟੁੱਟ ਜਾਣੀ ਹੈ, ਭਰ ਜਾਣਾ ਤੇਰਾ ਘਰ ਪਾਣੀ ਦੇ ਨਾਲ। ਇਸ ਕਰਕੇ ਜਿਸਕੇ ਅੰਤਰ ਰਾਜ ਅਭਿਮਾਨ, ਮਹਾਰਾਜ ਜੀ ਕਹਿੰਦੇ ਸੋ ਨਰਕ ਪਾਤੀ ਹੋਵਤ ਸੁਆਨ। ਕੁੱਤਾ ਕਹਿ ਦਿੱਤਾ ਉੱਥੇ, ਸੋ ਨਰਕ ਪਾਤੀ, ਉਹ ਨਰਕ ਵਿੱਚ ਪੈਣ ਵਾਲਾ, ਹੋਵਤ ਸੁਆਨ, ਸੁਆਨ ਦਾ ਮਤਲਬ ਕੁੱਕਰ, ਕੁੱਤਾ। ਮਹਾਰਾਜ ਜੀ ਕਹਿੰਦੇ ਉਹ ਕੁੱਤਾ ਨਰਕ ਵਿੱਚ ਪੈਣ ਦੇ ਸਜ਼ਾਦਾਰ ਦਾ ਹੱਕ ਉਹਨੂੰ ਹੁੰਦਾ ਹੈ, ਹੱਕ ਰੱਖਦਾ ਵੀ ਉਹਨੂੰ ਇਹ ਸਜ਼ਾ ਮਿਲੇ। ਜਿਵੇਂ ਉਹ ਗੁਸਤਾਖੀ ਮਾਫ, ਜਿਵੇਂ ਉਹ ਲੋਕਾਂ ਦਾ ਸ਼ੋਸ਼ਣ ਕਰਦਾ, ਵੱਡਾ ਬਣ ਕੇ ਮਤਲਬ ਲੈ ਕੇ ਫਿਰ ਕਿਸੇ ਨੂੰ ਬੁਲਾਉਂਦਾ ਨਹੀਂ, ਫਿਰ ਉਹ ਕੁੱਤਾ ਬਣ ਕੇ ਦਰ ਦਰ 'ਤੇ ਜਾ ਕੇ ਰੋਟੀ ਮੰਗੇਗਾ। ਦੇਖੋ ਉਦਾਹਰਣ ਮਹਾਰਾਜ ਨੇ ਕਿਹੜੀ ਦਿੱਤੀ, ਸੋ ਨਰਕ ਪਾਤੀ ਹੋਵਤ ਸੁਆਨ। ਜਿਹੜਾ ਆਪਣਾ ਮਤਲਬ ਦਾ ਹੱਲ ਕਰਕੇ ਮੁੜ ਕਿਸੇ ਨੂੰ ਦੇਖਦਾ ਨਹੀਂ ਨਾ, ਤੇ ਮਹਾਰਾਜ ਜੀ ਕਹਿੰਦੇ ਫਿਰ ਸੁਆਨ ਬਣ ਕੇ ਫਿਰ ਥਾਂ ਥਾਂ 'ਤੇ ਘੁੰਮਣਾ ਪਏਗਾ। ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜੀ ਮੈਂ ਬਹੁਤ ਸੋਹਣਾ, ਮੇਰੇ ਵਰਗਾ ਸੋਹਣਾ ਕੋਈ ਨਹੀਂ, ਮੇਰੇ ਵਰਗੇ ਨੈਣ ਨਕਸ਼ ਨਹੀਂ ਕਿਸੇ ਦੇ, ਮੇਰੇ ਵਰਗਾ ਉੱਚਾ ਲੰਮਾ ਕੋਈ ਨਹੀਂ, ਮੇਰੇ ਵਰਗਾ ਗੋਰਾ ਚਿੱਟਾ ਕੋਈ ਨਹੀਂ, ਮੇਰੇ ਵਰਗੀ ਕਿਸੇ ਦੀ ਬੋਡੀ ਨਹੀਂ, ਡੌਲੇ ਨਹੀਂ, ਛਾਤੀ ਨਹੀਂ, ਫਿਗਰ ਨਹੀਂ। ਮਹਾਰਾਜ ਜੀ ਕਹਿੰਦੇ ਨਾ ਕਰ ਬਈ, ਨਾ ਕਰ, ਇਹ ਵੀ ਸੁਆਹ ਬਣਨੀ। ਚਾਹੇ ਕੋਈ ਵੱਡਾ ਸਾਰੇ, ਚਾਹੇ ਕੋਈ ਛੋਟਾ ਹੈ, ਇਹ ਤੇਰੀ ਜਿਹੜੀ ਸੀਮਾ ਬਹੁਤ ਛੋਟੀ ਹੈ।
3.5 ਹੱਥ। ਮਹਾਰਾਜ ਜੀ ਕਹਿੰਦੇ ਥੋੜ੍ਹੀ ਜਿਹੀ ਮਿਲਣੀ ਹੈ, ਬਾਅਦ ਵਿੱਚ ਉਹ ਵੀ ਫੱਟੀ ਦੇ ਨਾਲ ਇਕੱਠੀ ਕਰਕੇ ਝੋਲੇ ਦੇ ਵਿੱਚ ਉਹ ਗਠੜੀ ਦੇ ਵਿੱਚ ਪਾ ਕੇ ਤੇ ਸਵਾਹ ਲੈ ਕੇ ਤੇ ਰੋੜ ਦੇਣੀ ਹੈ। ਪਤਾ ਹੀ ਨਹੀਂ ਲੱਗਣਾ ਵੀ ਕਿੱਧਰ ਗਈ, ਮਿੱਟੀ ਦੇ ਵਿੱਚ ਰਲ ਜਾਣੀ ਹੈ। ਇਸ ਕਰਕੇ ਆਪਣੇ ਆਪ ਦੀ ਤਾਕਤ, ਆਪਣੀ ਜਵਾਨੀ ਦਾ, ਆਪਣੇ ਸੋਹਣੇਪਣ ਦਾ, ਆਪਣੇ ਰੰਗ ਦਾ, ਆਪਣੇ ਰੂਪ ਦਾ ਹੰਕਾਰ ਨਾ ਕਰੀ। ਜੇ ਕਰੇਗਾ ਤੇ ਤੂੰ ਫਿਰ ਕਿਹਦੇ ਵਰਗਾ ਹੈ? ਸੋ ਹੋਵਸਤ ਬਿਸ਼ਟਾ ਕਾ ਜੰਦ। ਬਿਸ਼ਟਾ ਗੰਦਗੀ ਨੂੰ ਕਹਿੰਦੇ ਨੇ। ਸਭ ਤੋਂ ਭੈੜਾ ਕੀੜਾ ਬਿਸ਼ਟਾ ਦਾ। ਮਹਾਰਾਜ ਜੀ ਕਹਿੰਦੇ ਬਿਸ਼ਟਾ ਦੇ ਕੀੜੇ ਦੇ ਸਮਾਨ ਤੂੰ ਹੋਏਗਾ ਜਦ ਤੇਰੀ ਬਿਰਤੀ, ਤੇਰਾ ਸੁਭਾਅ। ਜਾਂ ਇੰਝ ਵੀ ਕਹਿ ਸਕਦੇ ਹਾਂ ਵੀ ਤੂੰ ਜਿਵੇਂ ਉਹ ਗੰਦ ਦੇ ਵਿੱਚ ਪਿਆ ਰਹਿੰਦਾ ਹੈ, ਤੂੰ ਵੀ ਜੋਬਨ ਦੇ ਨਸ਼ੇ ਦੇ ਵਿੱਚ ਹਮੇਸ਼ਾ ਬੰਦਾ। ਇਸ ਸੰਸਾਰ ਦੇ ਵਿੱਚ ਇੰਨੇ ਜਿਹੜੇ ਕ੍ਰਾਈਮ ਕਿਉਂ ਹੋ ਰਹੇ ਨੇ, ਇੰਨੀ ਜ਼ਬਰਦਸਤੀ ਕਿਉਂ ਹੋ ਰਹੀ ਹੈ, ਧੀਆਂ ਭੈਣਾਂ ਦੇ ਨਾਲ ਜ਼ਬਰਦਸਤੀ ਕਿਉਂ ਹੋ ਰਹੀ ਹੈ? ਕਿਉਂ? ਬੰਦਾ ਨਸ਼ੇ ਦੇ ਵਿੱਚ, ਜੋਬਨ ਦੇ ਨਸ਼ੇ ਦੇ ਵਿੱਚ ਕੁਛ ਨਹੀਂ ਦੇਖਦਾ, ਅੰਨਾ ਹੋ ਜਾਂਦਾ, ਉਸ ਨੂੰ ਕੁਝ ਨਹੀਂ ਦਿਸਦਾ ਤੇ ਉਹ ਪਾਪ ਕਮਾ ਲੈਂਦਾ। ਤੇ ਫਿਰ ਐਸਾ ਜਿਹੜਾ ਬੰਦਾ ਨਸ਼ੇ ਵਾਲਾ, ਜੋਬਨ ਦੇ ਨਸ਼ੇ ਵਾਲਾ ਵੀ ਮਹਾਰਾਜ ਜੀ ਕਹਿੰਦੇ ਨੇ ਉਹ ਬਿਸ਼ਟਾ ਦੇ ਕੀੜੇ ਦੇ ਸਮਾਨ ਹੈ। ਜਿਹਦਾ ਗੰਦਗੀ 'ਚ ਕੀੜਾ ਰਹਿ ਕੇ ਗੰਦਾ ਹੀ ਰਹਿੰਦਾ ਹੈ, ਗੰਦਗੀ ਖਾਂਦਾ ਹੈ। ਜਾਂ ਜੇ ਕਹਿ ਲਈਏ ਸਾਫ਼ ਕਿਸੇ ਦੇ ਤਨ ਤੇ ਅੱਖ ਰੱਖਣ ਵਾਲਾ, ਕਿਸੇ ਦੇ ਬਾਰੇ ਗਲਤ ਸੋਚਣ ਵਾਲਾ ਮਤ ਕਹੇ ਮੈਂ ਬੜਾ ਉੱਚਾ ਤੇ ਸੁੱਚਾ, ਮੈਂ ਤੇ ਨਹਾਉਣਾ ਜੀ, ਇਸ਼ਨਾਨ ਕਰਦਾ। ਤੇਰੀ ਬਿਰਤੀ ਦੇ ਵਿੱਚ ਦੂਜੇ ਪ੍ਰਤੀ ਭਾਵ ਕੀ ਪੈਦਾ ਹੁੰਦੇ ਨੇ ਇਹ ਦੇਖ। ਆਪਣਾ ਮੁਖੜਾ ਹੀ ਸ਼ੀਸ਼ੇ ਵਿੱਚ ਦੇਖ ਲਈ। ਸਵੇਰ ਦੇ 6 ਵਜੇ ਤੋਂ ਅਗਲੇ ਸਵੇਰ ਦੇ 6 ਵਜੇ ਤੱਕ 24 ਘੰਟੇ ਦੇ ਵਿੱਚ ਮਨ ਵਿੱਚ ਕੀ ਖਿਆਲ ਆਏ ਤੇ ਸੰਗ ਦੇ ਨਾਲ ਅੱਖਾਂ ਝੁਕ ਜਾਣਗੀਆਂ ਵੀ ਇੰਨਾ ਮਾੜਾ ਸੋਚਿਆ ਮੈਂ 24 ਘੰਟੇ ਵਿੱਚ। ਇਸ ਕਰਕੇ ਜੋ ਜੋਬਨ ਦੇ ਨਸ਼ੇ ਦੇ ਵਿੱਚ ਰਹਿ ਕੇ ਕੋਈ ਗਲਤ ਸਟੈਪ ਚੁੱਕ ਲੈਂਦਾ, ਉਹ ਵਿਸ਼ਟਾ ਦਾ ਕੀੜਾ ਹੈ, ਉਹ ਗੰਦਗੀ ਦੇ ਕੀੜੇ ਦੇ ਸਮਾਨ ਹੈ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਮੇਰੇ ਕਰਮ ਬਹੁਤ ਚੰਗੇ, ਤੇਰੇ ਤੇ ਕਰਮ ਹੀ ਮਾੜੇ। ਇੰਜ ਦੀ ਗੱਲ ਮੁਖ ਤੋਂ ਜੋ ਕਹਿੰਦਾ, ਬਹੁਤ ਮਾੜੇ ਕਰਮ ਨੇ ਉਸਦੇ। ਤੈਨੂੰ ਕੀ ਪਤਾ ਤੇਰਾ ਕਰਮ ਕਿਹੜਾ, ਕੁਝ ਸਮੇਂ ਤੱਕ ਮਾੜਾ ਆ ਜਾਣਾ। ਜਿਹੜਾ ਆਪਣੇ ਆਪ ਨੂੰ ਇੰਜ ਕਹੀ ਜਾਵੇ, ਆਪਣੇ ਆਪ ਨੂੰ ਜਾਂ ਕਹੀ ਜਾਵੇ ਵਡਿਆਈ ਜਾਵੇ ਤੇ ਦੂਸਰੇ ਨੂੰ ਨੀਵਾਂ ਦਿਖਾਈ ਜਾਵੇ, ਦੂਸਰੇ ਦੀ ਜਿਹੜੀ ਤੋਹੀਨ ਕਰੀ ਜਾਵੇ ਕਰਮਾਂ ਕਰਕੇ, ਆਹ ਕਰਕੇ, ਗੱਲਾਂ ਕਰਕੇ। ਸੋ ਮਹਾਰਾਜ ਜੀ ਫਰਮਾਨ ਕਰਦੇ ਹਨ, ਜੋ ਆਪਣੇ ਆਪ ਨੂੰ, ਜਾਂ ਇੰਝ ਕਹਿ ਲਈਏ ਵੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਵਡਿਆਉਂਦਾ, ਜੋ ਖੁਦ ਆਪਣੇ ਮੂੰਹ ਦੇ ਵਿੱਚੋਂ ਆਪਣੀ ਸਿਫਤ ਕਰੀ ਜਾਂਦਾ ਵੀ ਮੇਰੇ ਵਰਗਾ ਕਰਮਵੰਤ ਕੋਈ ਨਹੀਂ, ਮੈਂ ਤੇ ਬਹੁਤ ਚੰਗੇ ਕੰਮ ਕਰਦਾ ਜੀ, ਮੈਂ ਤੇ ਆਹ ਕਰ ਦਿੱਤਾ, ਮੈਂ ਉਹ ਕਰ ਦਿੱਤਾ, ਆਹ ਕਰ ਦਿੱਤਾ, ਉਹ ਕਰ ਦਿੱਤਾ। ਜਿਹੜਾ ਇਸ ਤਰ੍ਹਾਂ ਕਹਾਉਂਦਾ, ਥੋੜਾ ਕਰਕੇ ਬਹੁਤੀ ਵਡਿਆਈ ਦੀ ਆਸ ਰੱਖਦਾ, ਆਪਸ ਕੋ ਕਰਮਵੰਤ ਕਹਾਵੈ। ਮੈਂ ਜੀ ਉੱਥੇ ਆਹ ਕਰ ਦਿੱਤਾ ਸੀ, ਮੈਂ ਜੀ ਉੱਥੇ ਆਹ ਕਰ ਦਿੱਤਾ ਸੀ, ਮੈਂ ਜੀ ਉੱਥੇ ਆਹ ਸੇਵਾ ਕਰ ਆਇਆ ਸੀ, ਗੁਸਤਾਖੀ ਮਾਫ, ਮੈਂ ਤੇ ਉੱਥੇ ਆਹ ਕਰ ਦਿੱਤਾ ਸੀ। ਤੂੰ ਕੌਣ ਕਰਨ ਵਾਲਾ? ਨਾਮ ਕੀ ਨਾ ਕਰੇਂਗੇ ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੇ ਬਹੁ ਜਨ ਭਰਮਾਵੇ। ਮਹਾਰਾਜ ਜੀ ਕਹਿੰਦੇ ਜੰਮਦਾ ਮਰਦਾ ਰਹੇਗਾ, ਕਿਉਂਕਿ ਹਰ ਜੀਉ ਹੰਕਾਰ ਨਾ ਭਾਵੇ। ਆਪਣੇ ਆਪ ਨੂੰ ਕਰਮਵੰਤ ਕਹਾਣਾ ਮਤਲਬ ਆਪਣੇ ਆਪ ਦੀ ਵਡਿਆਈ ਕਰਨਾ, ਪ੍ਰਦਰਸ਼ਨ ਕਰਨਾ। ਤੇ ਇਹ ਜਿਹੜਾ ਇਹ ਵੀ ਇੱਕ ਹੰਕਾਰ ਦਾ ਰੂਪ ਹੈ। ਤੇ ਐਸਾ ਮਨੁੱਖ ਆਤਮਿਕ ਤੌਰ ਤੇ ਵੀ ਜਨਮਦਾ ਮਰਦਾ ਤੇ ਸਰੀਰਕ ਤੌਰ ਤੇ ਵੀ ਜੰਮਦਾ ਤੇ ਮਰਦਾ ਹੈ, ਭਟਕਦਾ ਫਿਰਦਾ। ਅਗਲੀ ਬੜੀ ਪਿਆਰੀ ਪੰਕਤੀ ਕਹਿੰਦੇ, ਧਨ ਭੂਮਿਕਾ ਜੋ ਕਰੇ ਗੁਮਾਨ। ਮੈਂ ਵੀ ਪੜ੍ਹਦਾ ਬੜੇ ਪਿਆਰ ਨਾਲ ਪੰਕਤੀ, ਤੁਸੀਂ ਵੀ ਪੜ੍ਹਦੇ ਹੋ, ਪਰ ਦੇਖੀਏ ਕਿਧਰੇ ਅਸੀਂ ਹੰਕਾਰ ਤਾਂ ਨਹੀਂ ਕਰਦੇ। ਕਾਹਦਾ? ਆਪਣੇ ਘਰ ਦਾ, ਆਪਣੀ ਕੋਠੀ ਦਾ, ਆਪਣੀ ਮਲਕੀਅਤ ਦਾ, ਆਪਣੀ ਜਿੰਨੀ ਵੀ ਪ੍ਰਾਪਰਟੀ ਦਾ, ਆਪਣੀਆਂ ਦੁਕਾਨਾਂ ਦਾ, ਆਪਣੇ ਜੋ ਵੀ ਇਕੱਠਾ ਕੀਤਾ ਉਹਦਾ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ
अंधा ज्ञान आ सर्टिफिकेट मिल गया जी। मूर्ख भी उन्होंने कह दिता, अन्ना भी कह दिता ते अज्ञान भी कहता, मतलब जाहल। होर केड़ा लेवल लाउण। जो महाराज जी कहते इस तरह दी भावना रखेगा जो हंकार करदा, महाराज जी कहते चोरा। भगत कबीर जी कहते चोरा क्यों मल मार के बैठ गया मेरी धरती ते मालक कहते। कबीर धरती साध की तस्कर वैसे गाहे। ਉਹ ਚੋਰ ਤੁਸੀਂ ਠੱਗ ਬਹਿ ਕੇ ਕਹਿੰਦੇ ਮੇਰੀ ਮੇਰੀ ਮੇਰੀ। ਤੈਨੂੰ ਪਤਾ ਇਸ ਧਰਤੀ ਤੇ ਕਿੰਨੇ ਆਏ, ਇਸ ਧਰਤੀ ਤੇ ਕਿੰਨਿਆਂ ਨੇ ਆਉਣਾ ਤੇ ਕਿੰਨਿਆਂ ਨੇ ਜਾਣਾ। ਇੱਕ ਧਮਾਕਾ ਹੋਇਆ ਲਬਨਾਨ ਦੇ ਵਿੱਚ, ਧਰਤੀਆਂ ਉੱਡ ਪੁੱਡ ਗਈਆਂ। ਦਾਅਵੇ ਕਰਨ ਵਾਲੇ ਕੀ ਕਰਨ ਉੱਥੇ, ਇੱਥੇ ਨਹੀਂ ਪਤਾ ਲੱਗਦਾ। ਖਿੰਨ ਮਹਿਤਾਬ ਉਥਾਪਣ ਹਾਰਾ, ਰੋਜ਼ ਸਰਵਣ ਕਰਦੇ ਹੋ। ਜਲ ਤੇ ਥਲ ਕਰ, ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ। ਕੀ ਪਤਾ ਉਹਨੇ ਕੀ ਕਰ ਦੇਣਾ। ਇੱਕ ਸਕਿੰਟ ਦੇ ਵਿੱਚ ਸਭ ਕੁਝ ਖਤਮ ਉਹਦੇ ਹੱਥ ਹੈ। ਚਲਾ ਆਪਣੀ ਅਕਲ, ਚਲਾ ਆਪਣੀ ਪਾਵਰ, ਵਰਤ ਆਪਣੀ ਪੋਲੀਟੀਕਲ ਪਾਵਰ। ਬਚਾ ਸਕਿਆ ਕੋਈ ਉਸ ਧਮਾਕੇ ਨੂੰ? ਨਹੀਂ, ਨੁਕਸਾਨ ਹੋ ਗਿਆ। ਸੋ ਪਾਤਸ਼ਾਹ ਜੀ ਕਹਿੰਦੇ ਕਿਸੇ ਚੀਜ਼ ਦਾ ਹੰਕਾਰ ਨਾ ਕਰੀ। ਮੈਂ ਵਿਗਿਆਨੀ, ਮੈਂ ਸਾਇੰਸਦਾਨ, ਮੈਂ ਗਿਆਨੀ, ਮੇਰੇ ਕੋਲ ਵਿਦਿਆ, ਮੇਰੇ ਕੋਲ ਰੁਤਬਾ, ਮੇਰੇ ਕੋਲ ਤਾਕਤ, ਮੇਰੇ ਪਿੱਛੇ ਇੰਨੇ ਲੋਕ। ਉਹ ਕੋਈ ਵੀ ਨਹੀਂ ਇੱਥੇ ਕਿਸੇ ਦਾ ਐਵੇਂ ਭੁਲੇਖੇ ਵਿੱਚ ਤੁਰਿਆ ਵਰਦਾ। ਸਭ ਭੱਜ ਜਾਂਦੇ ਨੇ। ਸੁਖਮਿਆਨ ਬਹੁਤ ਮਿਲ ਬੈਠਤ ਰਹਿਤ ਚਾਹੁੰਦੇ ਘੇਰੈ ਬਿਪਤ ਪਰੀ, ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ। ਇੱਕ ਬੜਾ ਵੱਡਾ ਭੁਲੇਖਾ, ਇਹਦੇ ਭੁਲੇਖੇ ਵਿੱਚ ਨਾ ਰਹੀ, ਛੱਡ ਜਾਣਗੇ। ਉਹਨਾਂ ਦੀ ਤੇ ਗੱਲ ਛੱਡ, ਜਿਹੜੇ ਤੇਰੇ ਦੂਰ ਦੇ ਨੇ, ਨੇੜਿਆਂ ਵਾਲਿਆਂ ਨੇ ਵੀ ਕਹਿਣਾ ਵੀ ਚੱਲ ਜਾ, ਹੁਣ ਬਹੁਤ ਚਿਰ ਹੋ ਗਿਆ ਸੇਵਾ ਕਰਦਿਆਂ ਨੂੰ, ਹੁਣ ਭਾਈ ਅਰਦਾਸ ਕਰੋ ਇਹ ਪਿੱਛਾ ਛੱਡੇ। ਕਿਉਂ ਕਹਿੰਦੇ ਨੇ, ਕਿਉਂ ਕਹਿੰਦੇ ਨੇ? ਹੁੰਦਾ ਤੇ ਉਹ ਆਪਣਾ ਹੀ ਹੈ, ਪਰ ਪਿੱਛਾ ਛਡਾਉਣਾ ਚਾਹੁੰਦੀ ਦੁਨੀਆ, ਕਿਉਂਕਿ ਬਾਣੀ ਵਿੱਚ ਲਿਖਿਆ ਹੈ। ਇਸ ਕਰਕੇ ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਜਿਸ ਮਨੁੱਖ ਨੇ ਧਰਤੀ ਤੇ ਆ ਕੇ ਨੰਗਾ ਪੈਦਾ ਹੋਇਆ ਤੇ ਸਾਰੀਆਂ ਚੀਜ਼ਾਂ ਤੇ ਕਹਿੰਦਾ ਮੈਂ ਰਾਜ ਕਰਾਂ, ਮੇਰਾ ਹੀ ਹੁਕਮ ਚੱਲੇ, ਤੇ ਮਹਾਰਾਜ ਜੀ ਕਹਿੰਦੇ ਉਹ ਮੂਰਖ ਹੈ। ਮੂਰਖ ਤੈਨੂੰ ਪਤਾ ਹੀ ਨਹੀਂ। ਨੰਗੇ ਆਵਣ ਨੰਗੇ ਜਾਣਾ, ਤੈਨੂੰ ਪਤਾ ਨਹੀਂ ਜਿਵੇਂ ਆਇਆ ਸੀ ਉੱਦਾਂ ਹੀ ਜਾਣਾ। ਤਨ 'ਤੇ ਜੇ ਕੱਪੜਾ ਲੈ ਕੇ ਨਹੀਂ ਆਇਆ ਤੇ ਜਾਂਦੀ ਵਾਰ ਵੀ ਉਹ ਕੱਪੜਾ ਸੁਆਹ ਹੀ ਹੁੰਦਾ ਹੈ। ਸੋ ਇਸ ਕਰਕੇ ਸੋ ਮੂਰਖ ਅੰਧਾ ਗਿਆਨ। ਉਹ ਤੇ ਬੜਾ ਜਾਲ ਹੈ। ਸਿਆਣਾ ਬਿਆਣਾ ਹੋ ਕੇ ਵੀ ਮਹਾਰਾਜ ਜੀ ਕਹਿੰਦੇ ਦੇਖੋ ਹੰਕਾਰ ਜਿਹੜਾ ਹੈ ਉਹ ਪੜ੍ਹਿਆ ਲਿਖਿਆ ਬੰਦਾ ਵੀ ਕਰਦਾ ਤੇ ਅਨਪੜ੍ਹ ਵੀ ਕਰ ਲੈਂਦਾ, ਦੋਵੇਂ ਕਰਦੇ। ਕੱਲ੍ਹ ਵੀ ਤੁਸੀਂ ਸਰਵਣ ਕੀਤਾ, ਹੰਕਾਰ ਪੜ੍ਹਿਆ ਲਿਖਿਆ ਵੀ ਕਰਦਾ ਹੈ ਤੇ ਅਨਪੜ੍ਹ ਵੀ ਕਰਦਾ, ਅਮੀਰ ਵੀ ਕਰਦਾ ਤੇ ਗਰੀਬ ਵੀ ਕਰਦਾ। ਗਰੀਬ ਕਹਿੰਦਾ, ਕਹਿ ਦਿੰਦੇ ਨਾ ਪੰਜਾਬੀ ਲੋਕ ਅਸੀਂ ਖਾਸ ਕਰਕੇ, ਸਾਨੂੰ ਕਿਸੇ ਦੀ ਕੀ ਪਰਵਾਹ, ਅਸੀਂ ਕਿਸੇ ਕੋਲ ਲੈ ਕੇ ਖਾਂਦੇ ਹਾਂ। ਵੀ ਹੋਰ ਕਿੱਥੋਂ ਖਾਂਦਾ ਤੂੰ? ਅਸੀਂ ਕਿਸੇ ਕੋਲ ਲੈ ਕੇ ਖਾਂਦੇ ਹਾਂ। ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ, ਉਹ ਤੈਨੂੰ ਭੁੱਲ ਹੀ ਗਿਆ। ਤੂੰ ਕਿਹਦੇ ਕੋਲ ਲੈ ਕੇ ਖਾਂਦਾ? ਮੈਂ ਕਿਸੇ ਕੋਲ ਲੈ ਕੇ ਖਾਂਦਾ। ਹਾਂ ਤੂੰ, ਅਸੀਂ ਸਾਰੇ ਲੈ ਕੇ ਖਾਂਦੇ ਹਾਂ। ਹਮ ਭੀਖਕ ਭਿਖਾਰੀ ਹੈ ਤੂੰ, ਮਹਾਰਾਜ ਜੀ ਕਹਿੰਦੇ। ਐਵੇਂ ਹੀ ਮਾਰਦਾ ਫਿਰਦਾ, ਮੈਂ ਕਿਸੇ ਕੋਲ ਲੈ ਕੇ ਖਾਂਦਾ, ਮੈਨੂੰ ਕਿਹੜੀ ਪਰਵਾਹ ਹੈ। ਜਦੋਂ ਉਸਨੇ ਚੱਕਿਆ ਨਾ ਆਪਣਾ ਹੱਥ ਮਿਹਰ ਕਿਰਪਾ ਦਾ ਤੇ ਰੋਲ ਕੇ ਰੱਖ ਦੇਵੇਗਾ। ਤੈਨੂੰ ਬਾਣੀ ਵਿੱਚ ਲਿਖਿਆ ਨਦਰਿਓ ਪੱਠੀ ਜੇ ਕਰੇ, ਫਿਰ ਜਦੋਂ ਚਿੰਬੜਦੇ ਨਾ ਦੁਖਾਰ ਪਾਸਿਓਂ ਘਾਟੇ ਹੀ ਘਾਟੇ। ਇਹ ਕੁਦਰਤੀ ਹੈ, ਮਾਰ ਪੈਂਦੀ ਹੈ ਕੁਦਰਤ ਦੀ। ਜਿੱਧਰੋਂ ਵੀ ਖਬਰ ਸੁਣਦੇ ਫਿਰ ਬੁਰੀ ਆਉਂਦੀ ਹੈ। ਨਦਰਿਓ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ। ਔਰੰਗਜ਼ੇਬ ਦੇ ਪਿਓ ਨੂੰ ਪੁੱਛ ਕੇ ਦੇਖੋ ਕੋਈ, ਕਿੱਥੇ ਬੰਦ ਕੀਤਾ ਸੀ? ਪਾਣੀ ਕਿੰਨਾ ਮਿਲਦਾ ਸੀ ਪੀਣ ਨੂੰ, ਖਾਣ ਨੂੰ ਕਿੰਨਾ ਕੁਝ ਮਿਲਦਾ ਸੀ। ਬਾਦਸ਼ਾਹ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਸੀ ਸਮੇਂ ਨੇ। ਮਤਲਬ ਉਹਦੀ ਰਜ਼ਾ ਦੇ ਵਿੱਚ ਰਹਿ, ਪਤਾ ਨਹੀਂ ਉਹ ਕਿਹੜੇ ਰੰਗ ਦੇ ਵਿੱਚ ਰਾਜ਼ੀ ਹੈ। ਇਸ ਕਰਕੇ ਸੋ ਮੂਰਖ ਅੰਧਾ ਅਗਿਆਨ। ਉਹ ਚਾਹੇ ਕੋਈ ਵੀ ਮਨੁੱਖ ਹੋਵੇ, ਉਹ ਮੂਰਖ ਹੈ, ਉਹ ਅਗਿਆਨੀ ਹੈ, ਉਹ ਅੰਨਾ ਹੈ। ਅੰਨਾ ਹੋ ਕੇ ਹੀ ਫਿਰ ਇੱਕ ਪੰਕਤੀ ਨਾਲ ਜੋੜ ਦਿੰਦੇ ਬੜੀ ਪਿਆਰੀ, ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਹੁਣ ਪੈਸੇ ਵਾਲਿਆਂ ਨੂੰ ਨਾ ਭਾਈ ਕਹਿ ਦਿਓ,
पैसे सारे को चाहिए ने, गुर दा सिख अमीर होना चाहिए। मतलब जिहड़ा माया कोल होके मान करता है, किसी को 100 रुपया 100 का ही करी जाता, किसी को लख है लख का ही करी जाता, दोवें फिर हंकार करते पे ने। जिसको थोड़ा थोड़े का ही करी जाता, किसी को बहुता बहुते का करी जाता। इस करके जो इस तरह करेगा, महाराज जी कहते वो दोवें, चाहे पढ़िया चाहे अनपढ़, पढ़िया जे अनपढ़ परमगत पा सकता, तो पढ़िया अनपढ़ जिहड़ा वो जाहल मूर्ख ते अन्ना भी हो सकता है। सो मूर्ख अंधा अज्ञान। आखिरी पंक्ति, कर कृपा जिसकै हिरदे, गरीबी वसावै पृथ्वी चंद भी पुत्र। गुरु रामदास दा, सच्चे पातशाह गुरु अर्जन देव जी भी सपुत्र, गुरु रामदास महाराज जी दे पर सुभाव बड़ा वखरा। गरीबी है अंदर किन्हां दे? गुरु अर्जन देव पातशाह। पृथ्वी चंद दे अंदर की है? ओही धन भूखा जो करे गुमान। वो कहते लै मैं अपने पिता का वारस, जेठा वड्डा, मैं हकदार, और सारिਆਂ ਨੂੰ वर्ग ला के अपने पिछे धक्के नाल जोड़दा। धक्के नाल कुछ भी नहीं हुंदा, दुनिया नूं इंप्रैस करके पिछे लाया जांदा है। धक्के दे नाल खरीद के पिछे लाउण वाले भज जांदे ने। ਜਿਹੜੇ प्रभावित हो के किसी दे नाल जुड़दे ने, ਉਹ पिछा नहीं छड्डदे, ਉਹ साथ रहिंदे ने। ਤੇ ਜਿਹੜੇ खाण पीण वाले ने ਉਹ ਤੇ ਛੱਡ ਜਾਂਦੇ ਨੇ। ਜਦੋਂ तक खाण पीण है भीड़ बनी रहेगी। ਜਦੋਂ ਖਾਣ ਪੀਣ ਕਿਸੇ ਕੋਲ ਬੋਝੇ ਦੇ ਵਿੱਚੋਂ, ਖੀਸੇ ਦੇ ਵਿੱਚੋਂ, ਜੇਬ ਪਾਕਟ ਦੇ ਵਿੱਚੋਂ ਪੈਸੇ ਨਿਕਲ ਗਏ, ਉਹ ਆਉਣਾ ਜਾਣਾ ਬੰਦ ਕਰ ਦੇਣਗੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਜਿਸ ਦੇ ਅੰਦਰ ਨਿਮਾਣਾਪਨ, ਜਿਸ ਦੇ ਅੰਦਰ ਨਿਮਰਤਾ, ਜਿਸ ਦੇ ਅੰਦਰ ਝੁਕਣਾ, ਜਿਸ ਦੇ ਅੰਦਰ ਭਲੇ ਦੀ ਭਾਵਨਾ ਆ ਜਾਏਗੀ, महाराज जी कहते नानक इहा मुक्त आग्या सुख पावै। वो इस जिंदगी दे विच भी बचिया रहिंदा है, आद व्याध उपाद तो, विकारां तो, वासना तो, और लोक ते परलोक दा सुहेला हुंदा। यह लोक सुखीए, परलोक सुहेले, नानक हर प्रभ आपे मेले। नानक इहा मुक्त आगे सुख पावै। आगे का मतलब मरण तो बाद भी हो सकता है, तो अगे का मतलब जिहड़ा हुण साडा मिनट लंघ गया अगला मिनट आउणा, एक घंटा बीत गया अगला घंटा आउणा, एक पैर लंघ गया दूजा आउणा, दूजा लंघ गया तीजा आउणा, तीजा लंघ गया चौथा पंजवां। ये जिहड़े भी अगला समा आउणा उहदे बारे भी ये बाणी दे विच इसे तरह ही इशारा है भी नानक इहां मुक्त आगे सुख पावे। जिसनों मतलब कहता यही है भी जिसनों जिउंदा ढंग आ गया ना, वो वाकई मुक्त होएगा। काहदे तो मुक्त होएगा? बंधना तो मुक्त होएगा, माया तो मुक्त होएगा, मैं मेरी तो मुक्त होएगा, दुख कलेश तो मुक्त होएगा, झगड़ियां तो मुक्त होएगा, माड़े इंसानां दी संगत तो मुक्त होएगा, भीड़ भड़के तो मुक्त होएगा। वो बिल्कुल बैठा रहेगा, कल्ला ही बैठा रहेगा, जुड़िया रहेगा। इस करके जिस दी अवस्था बनेगी ये दात उसनों ही मिलेगी। नानक इहां मुक्त आगे सुख पावै। सो इसी 12वीं अष्टपदी की पहली पौड़ी की शब्द की विचार जो बड़ी ही प्यारी गुरु महाराज जी ने करवाई है। सो ये सारी अष्टपदी दे विच मैं मेरी ते अहंकार के बारे दसिया गया है। अगली पौड़ी कल आरंभ होएगी। तनवंता होए कर गर भाव है, त्रिन समान कछ संग ना जावे। सो इस पौड़ी की विचार गुरु महाराज जी कृपा करना, सेवा लैनी। सो जो भी आप जी श्रवण कर रहे हो सब का बहुत बहुत धन्यवाद। गुरु पातशाह जी मेहर करो। जो शब्द आप जी ने श्रवण करवाया, जो शब्द का अर्थ आप जी ने दसिया, ये भाव अर्थ साडी आत्मा विच वस जाए, सदीवी हो जाए और सानू उस मार्ग वाल लैके जाए जिथे आप रहिंदे हो। आप दी पहचान करवाए, सानू मार्ग दिखाए, सानू मंजिल तक पहुँचाए और साडे गुनाह बख्श दिओ महाराज जी। किन किन भुलना हार हाँ, की करिए, वस नहीं। चाहुंदे होए भी गलतियां हो जांदियां हन, पर आप जी
बहुत ही दयालु हो, साडे गुनाह ना देखने, सानू बख्श लेना और महाराज जी सब दा भला कर, सबना दे बच्चों का भला करना, सबना दे परिवारों का भला करना, सबनों खुशी, सबनों तंदुरुस्तियां, सबनों नितनेम, सबनों विवेक, सबनों सोझी, सबनों अपने चरणों का प्रेम बख्शना और सरबत का ही भला करो महाराज जी। प्रभु जीओ खसमाना कर प्यारे, बुरे भले हम थारे, इन्नी सेवा प्रवान, भुलां चुकां दी खिमा फतेह बुलाओ। वाहिगुरू जी का खालसा, वाहिगुरू जी की फतेह।